लेकिन फिर भी 22 ने ना ਤੇ ਕੁਛ ਵੀ ਨਹੀਂ ਤੇ 22 ਲੱਖ ਰੁਪਈਆ ਸਾਨੂੰ ਅੱਲਾ ਖੈਰ ਕੀ ਖਰਚੇ ਕੱਢ ਕੇ ਲੱਭੇਗਾ ਇਨਸ਼ਾਅੱਲਾ। ਨਹੀਂ ਇਹਨਾਂ ਦਾ ਬੜਾ ਸਲੂਕ ਹੈ। ਜਦੋਂ ਇਕੱਠਾ ਇੱਕ ਭਾਂਡੇ 'ਚ 4 ਭਰਾ ਰੋਟੀ ਖਾਂਦੇ ਨੇ ਤੇ ਉਹਨਾਂ ਦਾ ਸਲੂਕ ਨਹੀਂ ਹੋ ਜਾਂਦਾ। ਉਹ ਲਾਂਬੇ ਇੱਕ ਸਾਈਡ ਤੋਂ ਆਂਦਾ ਯਾਰ ਇੰਨੀ ਦੇਰ ਇਕੱਠਾ ਖਾਦਾ ਹੈ ਨਿਮਕ ਤੇ ਉਹ ਅੱਜ ਮਿਲਦਾ ਨਹੀਂ, ਉਹ ਉਦਾਸ ਹੋ ਜਾਂਦੀਆਂ ਨੇ। ਇਹਨਾਂ ਦਾ ਵੀ ਹਿਸਾਬ ਹੈ 2 ਲਾਂਬੇ ਰਹਿਣ ਨਾ ਤੇ ਦੂਸਰੀਆਂ ਸੋਚੀ ਪੈ ਜਾਂਦੀਆਂ ਨੇ ਵੀ ਉਹ ਕਿਉਂ ਨਹੀਂ ਆਈਆਂ। ਉਹਦਾ ਦੇਸੀ ਹੱਲ ਇਹ ਜੇ ਉਹਨੂੰ ਅਸੀਂ ਉਹ ਰੇਹੜੀ ਦੇ ਅੱਗੇ ਜੋਨੇ ਆ, ਉਹ 4 ਦਿਨ ਮਰਦੀ ਏ ਤੇ ਉਹਨੂੰ ਸਾਹ ਚੜਦੇ ਨੇ ਤੇ ਉਹ ਫਿਰ ਹੌਲੀ ਹੌਲੀ ਉਹਨੂੰ ਖਿਆਲ ਆ ਜਾਂਦਾ ਵੀ ਮੈਂ ਨਵੇਂ ਦੁੱਧ ਹੋ ਜਾਵਾਂ। अस्सलाम वालेकुम। वालेकुम सलाम सर जी, की हाल है? अल्लाह दा शुक्र है जनाब, तुसीं सुनाओ ठीक हो? अल्लाह दी मेहरबानी है, शुक्र है मालक दा। जनाब दा की इसमें ग्रामी है? जनाब मेरा अब्दुर्रज़ाक नां है, बरियार मेरा पिंड है, तहसील दसका, जिला सियालकोट। ए अपना झोटियां दा कम करीदा, छोटियां छोटियां लियाई दियां ने मंडियां चों, मेहनत मजदूरी करी दी है। इन्हां नूं कोई 2-3 साल सांभांगे ते अल्लाह दी ज़ात खैर करे ते फिर रोज़ी देण दियां। ਅੱਜ ਇਹ ਕੋਈ 50 ਦੀ ਲਈ, ਕੋਈ 60 ਦੀ ਲਈ, ਕੋਈ 65 ਦੀ ਲਈ, ਕੋਈ 70 ਦੀ, ਕੋਈ 75 ਦੀ, ਕੋਈ 80 ਦੀ, ਇਸ ਤਰ੍ਹਾਂ ਇਹ ਮਾਲ ਖਰੀਦਿਆ ਜੀ। ਤੇ 3 ਸਾਲ ਤੱਕ ਅੱਲਾ ਖੈਰ ਕੀਤੀ ਤੇ ਇਹਨਾਂ ਨੂੰ ਸਾਂਭਾਂਗੇ ਤੇ ਅੱਲਾ ਰੋਜ਼ੀ ਦੇਣ। ਅੱਛਾ ਸਰ, ਸਾਰਿਆਂ ਨਾਲੋਂ ਪਹਿਲਾਂ ਸਾਨੂੰ ਆਪਣੀ ਖਰੀਦਦਾਰੀ ਦੇ ਮੁਤਲਕ ਦੱਸੋ, ਅੱਗੇ ਫਿਰ ਅਸੀਂ ਜਾਣਦੇ ਹਾਂ ਕਿ ਖਰੀਦਦਾਰੀ ਕੀਤੀ ਕਿਤੋਂ ਤੇ ਕਿੰਨੀ ਉਮਰ ਦੀਆਂ ਖਰੀਦੀਆਂ ਤੁਸੀਂ? ਇਹ ਅਸੀਂ ਆਪਣਾ ਨਾ ਮੰਡੀ ਲੱਗਦੀ ਏ ਆਰਫ ਵਾਲੇ, ਕੋਈ 10 ਉੱਥੋਂ ਲੈਂਦੀਆਂ ਹਨ ਜੀ ਜੀ। ਕੋਈ ਲਾਹੌਰ ਮੰਡੀ ਲੱਗਦੀ ਏ, ਉੱਥੋਂ ਲਿਆਂਦੀਆਂ ਕੋਈ 5-4। ਇਸ ਤਰ੍ਹਾਂ ਹੀ ਮੰਡੀਆਂ 'ਚੋਂ ਕੋਈ ਕੰਗਣਪੁਰ ਸਾਈਡ ਤੋਂ ਆਸਾਨ ਦੀਆਂ, ਕੁਝ ਚੀਚਾਵਤਨੀ ਮੰਡੀ ਲੱਗਦੀ ਏ ਮਹੀਨੇ ਬਾਅਦ, ਉੱਥੋਂ ਲਿਆਂਦੀਆਂ। ਕੋਈ ਲਿਆਂਦੀ ਅਸਾਂ 35 ਦੀ, ਕੋਈ 40 ਦੀ, ਹੌਲੀਆਂ ਹੁੰਦੀਆਂ ਨਾ। ਵੱਡੀ ਇੱਕ ਉਹ ਆਂਦੀ ਏ ਤੇ ਉਹ ਅਸੀਂ ਉੱਥੋਂ ਲਈ ਸੀ 80,000 ਦੀ ਤੇ ਉਹ ਮਾਸ਼ਾਅੱਲਾ ਹੁਣ ਅੱਗੋਂ ਤਿਆਰੀ। ਕਿੰਨੀ ਉਮਰ ਦੀ ਲਈ ਸਾਜੇ? ਉਹ 3 ਸਾਲ ਦੀ ਸੀ ਜਦੋਂ ਅਸੀਂ ਲਈ ਸੀ। ਅੱਛਾ ਮਾਸ਼ਾਅੱਲਾ 3 ਸਾਲ ਦੀ ਹੋ ਗਈ ਸੀ, ਲੇਕਿਨ ਉਹ ਵੰਨ ਨਹੀਂ ਸੀ ਆਉਂਦੀ। ਉਹਨਾਂ ਬੰਦਿਆਂ ਆਖਿਆ ਬਈ 100 ਦੀ ਨਹੀਂ ਤੇ ਅਸੀਂ ਲਾਲਚ ਨੂੰ ਲਈ ਵੀ ਚਲੋ ਆਪਣੇ ਮੁਕੱਦਰ। ਉਹ ਅਸੀਂ ਹੁਣ ਸਾਲ ਹੋ ਗਿਆ ਸਾਂਭਦਿਆਂ ਤੇ ਅੱਲਾ ਦਾ ਸ਼ੁਕਰ ਹੈ ਹੁਣ ਉਹ ਸੂਣ ਵਾਲੀ ਹੋ ਗਈ ਹੈ ਨਵੇਂ ਦੁੱਧ। ਅੱਛਾ ਅੰਕਲ ਜੀ, ਤੁਸੀਂ 5-6 ਮੰਡੀਆਂ ਦਾ ਨਾਂ ਲਿਆ ਹੈ। ਹਾਂਜੀ ਮਾਸ਼ਾਅੱਲਾ, ਸਾਰਿਆਂ ਨਾਲੋਂ ਅੱਛੀ ਮੰਡੀ ਤੁਹਾਨੂੰ ਕਿਹੜੀ ਲੱਗੀ ਤੇ ਸਸਤੀ ਕਿਹੜੀ ਲੱਗੀ ਸਾਜੇ? ਸਾਰਿਆਂ ਤੋਂ ਅੱਛੀ ਮੰਡੀ ਸਾਨੂੰ ਵਿਆੜੀ ਲੁੱਡਣ ਦੀ ਮੰਡੀ ਲੱਗੀ ਸੀ ਜੀ। ਜਿਹੜੀ ਲੁੱਡਣ ਦੇ ਨਾ ਆਪਣਾ ਲੀਲੀ ਬਾਰ ਜਿਹਨੂੰ ਆਂਦੇ, ਮਤਲਬ ਉਧਰੋਂ ਮਾਲ ਜਿਹੜਾ ਨਾ ਚੰਗਾ ਜਿਨਸੀ ਮਾਲ ਨਸਲੀ ਮਾਲ ਮਿਲਦਾ ਮਾਸ਼ਾਅੱਲਾ। ਉਹ ਹੀ ਨਸਾਈਆਂ ਨਸਲ ਤੁਹਾਡੇ ਕੋਲ ਇਸ ਟਾਈਮ ਕਿਹੜੀ ਮੌਜੂਦ ਹੈ? ਸਾਡੇ ਕੋਲ ਇਸ ਟਾਈਮ ਨਸਲ ਜਿਹੜੀ ਹੈ ਨਾ ਇਹ ਜਿਆਦੀ ਜਿਹੜੀ ਹੈ ਨਾ ਇਹ ਆਪਣਾ ਲੀਲੀ ਦੀ ਹੈ ਜੀ। ਤੇ ਦੂਸਰਾ ਆਪਣਾ ਲੀਲੀ ਦਾ ਇੱਕ ਚੱਲਿਆ ਨਾ, ਉਂਝ ਤਾਂ ਹਰ ਜਗ੍ਹਾ ਤੇ ਮਾਲ ਹੁਣ ਨਾਲ ਮਿਲ ਗਿਆ ਦੇਸੀ, ਜਿਵੇਂ ਮਤਲਬ ਆਂਦੇ ਨੇ ਜੀ ਇਹ ਦੇਸੀ ਹੈ ਤੇ ਇਹ ਜਿਹੜਾ ਵਿਲਾਇਤੀ ਹੈ। ਮੈਂ ਨਾ ਹੁਣ ਸਭ ਕੁਝ ਨਾਲ ਮਿਲ ਗਿਆ, ਹੁਣ ਕੋਈ ਪਤਾ ਨਹੀਂ ਲੱਗਦਾ। ਅੱਛਾ ਅੰਕਲ ਜੀ, ਬਿਲਕੁਲ ਠੀਕ ਗੱਲ ਤੁਹਾਡੀ। ਨੀਲੀ ਦੀ ਤੁਸੀਂ ਨਾਂ ਲਿਆ ਵੇ ਤੇ ਚਲੋ ਲੁੱਡਣ ਮੰਡੀ। ਸਾਡੇ ਨਾਜ਼ਰੀਨ ਨੂੰ ਨੀਲੀ ਦੀ ਪਹਿਚਾਣ ਦੱਸ ਛੜੋ, ਪਹਿਚਾਣ ਕੀ ਹੈ ਇੱਕ ਝੋਟੀ ਦੀ ਜਾਂ ਮੱਝ ਦੀ? ਕੀ ਨੀਲੀ ਦੀ ਪਛਾਣ ਇਹ ਵੀ ਇਹਨਾਂ ਦੇ ਨਾ ਸਿੰਘ ਜਿਹੜੇ ਨੇ ਮਾਸ਼ਾਅੱਲਾ ਸਿੰਗੀਆਂ, ਹਾਂਜੀ, ਇਹ ਕੁੰਡੀਆਂ ਹੁੰਦੀਆਂ ਨੇ, ਬੁੱਥੀ ਪਤਲੀ ਹੁੰਦੀ ਏ। ਪਿਛਲਾ ਹਿੱਸਾ ਜਿਹੜਾ ਜਿੱਥੋਂ ਦੁੱਧ ਚੋਈਦਾ ਉਹ ਮਾਸ਼ਾਅੱਲਾ ਚੰਗਾ ਹੋ ਜਾਂਦਾ, ਚੱਡਾ ਦੁੱਧ ਜ਼ਿਆਦਾ ਦਿੰਦੀਆਂ ਨੇ। ਪਤਲੀ ਬੂਥੀ ਬਈ ਇਹ ਕਿਹੜੀ ਜਗ੍ਹਾ ਤੋਂ ਆਂਦੀ ਹੈ? ਲੀਲੀ ਤੋਂ ਆਂਦੀ ਹੈ। ਅੱਛਾ ਅੰਕਲ ਜੀ, ਤੁਸੀਂ 3-3 ਸਾਲ ਦੀਆਂ ਲਿਆਂਦੀਆਂ ਹਨ, ਠੀਕ ਹੈ। ਕਿੰਨੀ ਦੇਰ ਰੱਖ ਕੇ? 2 ਸਾਲ ਦੀਆਂ ਵੀ ਆਈਆਂ। 2 ਸਾਲ ਦੀਆਂ, ਠੀਕ ਹੈ। ਕਿੰਨੀ ਦੇਰ ਰੱਖ ਕੇ ਉਹਨਾਂ ਨੂੰ ਸੇਲ ਕਰਦੇ ਹੋ ਫਿਰ? ਇਹ ਅਜੇ ਸਾਡਾ ਨਾ ਹੁਣ ਸੂਣ ਵਾਲੀਆਂ ਹੋ ਗਈਆਂ ਨੇ, ਯਾਨੀ ਕਿ ਅਸੀਂ ਸੰਡਾ ਰੱਖਿਆ ਇਹਨਾਂ ਨਵੇਂ ਦੁੱਧ ਹੋ ਗਈਆਂ ਨੇ, ਜਟਕੀ ਜ਼ਬਾਨ ਹੈ, ਇਹ ਸੂਣ ਵਾਲੀਆਂ ਹੋ ਗਈਆਂ ਨੇ ਜੀ ਜੀ। ਹੁਣ ਇਹਨਾਂ ਨੂੰ ਅਸੀਂ 10 ਮਹੀਨੇ ਸਾਂਭਣਾ ਤੇ ਫਿਰ ਇਹ ਤਿਆਰੀ ਚਾਉਣ ਦੀਆਂ ਜੇ ਨਿਕਲ ਪਈਆਂ ਤੇ ਜੀ, ਤਿਆਰੀ ਚਾਉਣ ਦੀਆਂ ਤੇ ਫਿਰ ਅਸੀਂ ਵੇਚਾਂਗੇ ਤੇ ਫਿਰ ਜੋ ਸਾਡੇ ਨਸੀਬਾਂ ਜੋ ਸਾਨੂੰ ਅੱਲਾ ਦੇਗਾ ਰਿਜ਼ਕ। ਅੱਛਾ ਅੰਕਲ ਜੀ, ਤੁਹਾਡੇ ਕੋਲ ਜਿਹੜੀ ਇੱਕ ਝੋਟੀ ਹੈ ਉਹ 3 ਸਾਲ ਦੀ ਹੈ ਜੀ। ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ 2 ਸਾਲ ਦੀ ਹੈ, ਕੋਈ 1.5 ਸਾਲ ਦੀ ਹੈ? ਹਾਂਜੀ, ਕੋਈ 2.5 ਸਾਲ ਦੀ ਹੈ ਜੀ। ਇਸ ਤਰ੍ਹਾਂ ਹੀ ਨੇ। ਤੁਸੀਂ ਇਹ ਦੱਸੋ ਜਿਹੜੀ ਝੋਟੀ 1.5 ਸਾਲ ਦੀ ਹੈ ਉਹ ਕਿੰਨੇ ਦੀ ਮਿਲਦੀ ਹੈ, 2 ਸਾਲ ਵਾਲੀ ਕਿੰਨੇ ਦੀ ਮਿਲਦੀ ਹੈ ਤੇ 2.5 ਸਾਲ ਵਾਲੀ ਕਿੰਨੇ ਦੀ ਮਿਲਦੀ ਹੈ? ਇਹ ਉਮਰ ਦੇ ਹਿਸਾਬ ਨਾਲ ਨਹੀਂ ਮਿਲਦੀਆਂ, ਇਹਨਾਂ ਦਾ ਇੱਕ ਵਜ਼ਨ ਹੈ ਜੀ। ਵੇਖੋ ਹੁਣ 17-18 ਹਜ਼ਾਰ ਤੋਂ ਮਣ ਗੋਸ਼ਤ ਹੈ, ਜਿਹੜੀ ਮਣ ਦੀ ਹੈ, ਜਿਹਦਾ ਵੇਖ ਲੈਣਾ ਵੀ ਮਣ ਵਜ਼ਨ ਹੈ, ਤੇ ਉਹ ਤੇ ਕਸਾਈ ਨੇ, ਜੇ ਅਸੀਂ ਨਹੀਂ ਲੈਣੀਆਂ ਰੱਖਣ ਵਾਲਿਆਂ ਤੇ ਕਸਾਈ ਨੇ ਆਖਣਾ 18,000 ਮੇਰੇ ਕੋਲ ਲਵੋ, ਤੇ ਉਹ ਜ਼ਾਹਰ ਹੈ ਵੀ ਸਾਨੂੰ ਉਹ 20,000 ਦੀ ਮਿਲਣੀ ਹੈ, ਭਾਵੇਂ ਉਹ 1.5 ਸਾਲ ਦੀ ਹੋਈ ਹੈ। ਅੱਛਾ, ਯਾਨੀ ਕਿ ਜਦੋਂ ਤੁਸੀਂ ਮੰਡੀ ਚ ਖਰੀਦਦੇ ਹੋ ਤੁਸੀਂ ਇਹਨਾਂ ਦਾ ਵਜ਼ਨ ਵੇਖ ਕੇ ਫੇਰ ਲੈਂਦੇ ਹੋ? ਵਜ਼ਨ ਵੇਖ ਕੇ ਲਈਦੀਆਂ ਨੇ ਤੇ ਸਾਨੂੰ ਲਾਲਚ ਹੁੰਦਾ ਸੋਹਣੀਆਂ ਨੇ ਜੀ। ਕਸਾਈ ਨੇ ਮੁੱਲ ਲਾਣਾ ਹੁੰਦਾ ਵਜ਼ਨ ਦਾ, ਕਸਾਈ ਮੁੱਲ ਲਾਈਆਂ ਦਾ 18,000 ਲੈ ਲਓ, ਅਸੀਂ ਆਨੇ ਯਾਰੇ ਰੱਖਣ ਵਾਲੀਆਂ ਨੇ, ਅਸੀਂ 2,000 ਉਸੇ ਬੰਦੇ ਨੂੰ ਵੱਧ ਦਿੰਨੇ ਆ, ਉਹ ਕੱਟੀ ਸਾਨੂੰ ਦੇ ਦਿੰਦਾ।
ਠੀਕ ਹੈ, ਇਹ ਹਿਸਾਬ ਹੈ। ਇਹ ਜਿਹੜਾ ਇਹਨਾਂ ਦਾ ਏਜ ਦਾ ਫਰਕ ਹੈ, ਕੋਈ ਛੋਟੀਆਂ ਨੇ ਕੋਈ ਵੱਡੀਆਂ ਨੇ, ਜਦੋਂ ਤੁਸੀਂ ਇਹਨਾਂ ਦੀ ਸੰਭਾਲ ਕਰਦੇ ਹੋ ਕੋਈ ਮੁਸ਼ਕਲ ਤੇ ਨਹੀਂ ਹੁੰਦੀ ਕਿ ਆਪਸ 'ਚ ਕੋਈ ਲੜਾਈ ਝਗੜਾ ਕਰਦੀਆਂ ਹੋਣ? ਨਹੀਂ, ਇਹਨਾਂ ਦਾ ਬੜਾ ਸਲੂਕ ਹੈ। ਜਦੋਂ ਇਕੱਠਾ ਇੱਕ ਭਾਂਡੇ 'ਚ 4 ਭਰਾ ਰੋਟੀ ਖਾਂਦੇ ਨੇ ਤੇ ਉਹਨਾਂ ਦਾ ਸਲੂਕ ਨਹੀਂ ਹੋ ਜਾਂਦਾ। ਉਹ ਲਾਂਬੇ ਇੱਕ ਸਾਈਡ ਤੋਂ ਆਂਦਾ ਯਾਰ ਇੰਨੀ ਦੇਰ ਇਕੱਠਾ ਖਾਦਾ ਹੈ ਨਿਮਕ ਤੇ ਉਹ ਅੱਜ ਮਿਲਦਾ ਨਹੀਂ, ਉਹ ਉਦਾਸ ਹੋ ਜਾਂਦੀਆਂ ਨੇ। ਇਹਨਾਂ ਦਾ ਵੀ ਹਿਸਾਬ ਹੈ, 2 ਲਾਂਬੇ ਰਹਿਣ ਨਾ ਤੇ ਦੂਸਰੀਆਂ ਸੋਚੀ ਪੈ ਜਾਂਦੀਆਂ ਨੇ ਵੀ ਉਹ ਕਿਉਂ ਨਹੀਂ ਆਈਆਂ ਜੀ, ਯਾਨੀ ਕਿ ਪਿਆਰ ਨਾਲ ਰਹਿੰਦੀਆਂ। ਪਿਆਰ ਨਾਲ ਰਹਿੰਦੀਆਂ। ਅੱਛਾ ਅੰਕਲ ਜੀ, ਕੁਝ ਲੋਕੀ ਬਨ ਕੇ ਕਰਦੇ ਨੇ ਇਹਨਾਂ ਦਾ ਕਾਰੋਬਾਰ, ਠੀਕ ਹੈ ਨਾ, ਤੇ ਇਹ ਜਾਨਵਰ ਜਿਹੜੇ ਨੇ ਬੱਜੇ ਹੀ ਸੌਖੇ ਰਹਿੰਦੇ ਨੇ, ਖੋਲ ਕੇ ਤੇ ਇੱਕ ਦੂਸਰੇ ਦੇ ਰੱਸੇ ਵੀ ਤੋੜ ਛੱਡਦੇ ਨੇ ਜੇ ਉਹ। ਤੇ ਤੁਹਾਡਾ ਕੀ ਖਿਆਲ ਹੈ, ਤੁਸੀਂ ਕਿਉਂ ਇਹਨਾਂ ਨੂੰ ਖੋਲਿਆ? ਅਸੀਂ ਇਹਨਾਂ ਨੂੰ ਖੋਲਿਆ, ਵੇਖੋ 4 ਦੀਵਾਰੀ ਅਸਾਂ ਕੀਤੀ ਹੈ ਬਾਂਸਾਂ ਦੀ, ਕਿਉਂਕਿ ਅਜੇ ਇੰਨੀ ਜਾਣ ਨਹੀਂ ਪਿਆ ਅਸੀਂ ਪੱਕੀਆਂ ਦੀਵਾਰਾਂ ਕਰ ਲਈਏ, ਗਰੀਬ ਆਦਮੀ ਆਪਣਾ ਗੁਜ਼ਾਰਾ ਕਰਨੇ ਆ ਤੇ 4 ਦੀਵਾਰੀ ਕੀਤੀ। ਹੁਣ ਇਹਨਾਂ ਨੂੰ ਅਸੀਂ ਖੋਲਿਆ, ਇਹਨਾਂ ਨੇ ਦੌੜਨਾ ਹੋਵੇ, ਜਿਹੜੀ ਖੁਰਾਕ ਖਾਂਦੀਆਂ ਨੇ ਬੱਜੀਆਂ ਇੱਕ ਜਗ੍ਹਾ ਤੇ ਰਹਿਣ, ਫਿਰ ਇਹਨਾਂ ਦੀ ਸਿਹਤ ਨਹੀਂ ਸਹੀ ਰਹਿੰਦੀ। ਘੜੀ ਫਿਰ ਲੈਣ ਨਾ ਤੇ ਫਿਰ ਇਹ ਮਤਲਬ ਨਾ ਦੌੜ ਭੱਜ ਕੇ ਆਪਣੀ ਸਕੂਨ ਹੋ ਜਾਂਦਾ। ਜਿਵੇਂ ਬੰਦਾ ਹੀ ਰੋਟੀ ਖਾਂਦਾ, ਜਿੰਨਾ ਚਿਰ ਉਹ ਵਾਕ ਨਾ ਕਰੇ ਉਹਦੇ ਕੋਲ ਨਹੀਂ ਆਪਣਾ ਚੱਲਿਆ ਜਾਂਦਾ। ਉਹ ਆਂਦਾ ਮੇਰਾ ਪੇਟ ਵੱਧ ਗਿਆ। ਇਹਨਾਂ ਦਾ ਵੀ ਹਿਸਾਬ ਇਹ ਹੀ ਹੈ। ਮਾਸ਼ਾਅੱਲਾ। ਇਸ ਟਾਈਮ ਅੰਕਲ ਜੀ ਤੁਹਾਡੇ ਕੋਲ ਕਿੰਨੀਆਂ ਜਿਹੜੀਆਂ ਝੋਟੀਆਂ ਮੌਜੂਦ ਨੇ? ਸਾਡੇ ਕੋਲ ਇਸ ਟਾਈਮ ਨਾ 22 ਨੇ। 22 ਦੇ ਵਿੱਚੋਂ ਜਿਹੜੀਆਂ ਨਵੇਂ ਦੁੱਧ ਕਿੰਨੀਆਂ ਹੋਈਆਂ ਨੇ ਤੇ ਦੂਸਰੀਆਂ ਕਿੰਨੀਆਂ ਜੇ? ਨਵੇਂ ਦੁੱਧ ਸਾਡੀਆਂ ਹੋ ਗਈਆਂ ਨੇ ਕਿੰਨੀਆਂ, 1 2 5 ਹੋ ਗਈਆਂ ਨੇ। 5 ਹੋ ਗਈਆਂ ਨੇ। ਕਿੰਨੀ ਦੇਰ ਹੋ ਗਈ ਉਹਨਾਂ ਨੂੰ? ਇਹਨਾਂ ਨੂੰ ਕੁਝ ਹੋ ਗਈਆਂ ਨੇ ਕੋਈ 5 ਮਹੀਨਿਆਂ ਦੀਆਂ, ਕੁਝ ਹੋ ਗਈਆਂ ਨੇ ਉਹਨਾਂ ਨੂੰ 2 ਮਹੀਨੇ ਹੋਏ ਨੇ, ਕੁਝ ਨੇ ਵਿੱਚ 2 ਜਿਹੜੀਆਂ ਉਹਨਾਂ ਨੂੰ ਅਜੇ ਥੋੜੇ ਦਿਨ ਹੋਏ ਨੇ, ਕੋਈ ਮਹੀਨਾ ਵੀ ਨਹੀਂ ਹੋਇਆ। ਅੱਛਾ ਅੰਕਲ ਜੀ, ਇੱਕ ਬੜਾ ਅਹਿਮ ਸਵਾਲ ਪੁੱਛਾਂਗਾ ਕਿ ਜਿਹੜੀ ਤੁਸੀਂ ਝੋਟੀਆਂ ਰੱਖੀਆਂ ਜੋ ਨਵੇਂ ਦੁੱਧ ਹੋ ਜਾਂਦੀਆਂ ਨੇ, ਇਹਨਾਂ ਨੂੰ ਸਵਾ ਕੇ ਤੇ ਫਿਰ ਫਾਇਦਾ ਆਵੇ ਕਿ ਸੂਣ ਤੋਂ ਪਹਿਲੇ ਵੇਚ ਲਈ ਫਿਰ ਫਾਇਦਾ? ਇਹ ਸਵਾ ਕੇ ਫਾਇਦਾ ਇਹ ਹੁੰਦਾ ਨਾ ਵੀ ਕੋਈ ਲੈਣ ਵਾਲਾ ਵਪਾਰੀ ਜਿਹੜਾ ਉਹ ਦੁੱਧ ਵੇਖ ਕੇ ਪੈਸੇ ਚੱਕਦੇ ਦਿੰਦਾ ਜੀ। ਸਾਨੂੰ ਇਹ ਹੁੰਦੀ ਕਾਲ ਵੀ ਇਹ ਤਿਆਰ ਹੋਈਆਂ ਨੇ, ਔਰ ਨਾ ਚੰਗੀਆਂ ਨਿਕਲਣਗੇ ਮੰਦੀਆਂ ਨਿਕਲਣ, ਸਾਨੂੰ ਗਾਹਕ ਮਿਲ ਜਾਂਦਾ ਨਾ, ਅਸੀਂ ਆਨੇ ਆ ਜੋ ਸਾਡੇ ਮੁਕੱਦਰਾਂ ਜੇ ਅਸੀਂ ਲੈ ਲੈਨੇ ਆ। ਵਪਾਰੀ ਫਿਰ ਅੱਗੇ ਜਾ ਕੇ ਸਵਾ ਕੇ ਤੇ ਉਹ ਵੀ ਕਮਾਈ ਕਰ ਲੈਂਦੇ ਨੇ। ਗੋਸ਼ਤ ਦਾ ਅਗਰ ਬੰਦਾ ਗੋਸ਼ਤ ਦੇ ਹਿਸਾਬ ਨਾਲ ਵੇਚੇ ਫਿਰ ਨਹੀਂ ਫਾਇਦਾ ਇਹਨਾਂ 'ਚ ਕੋਈ? ਅਗਰ ਗੋਸ਼ਤ ਦੇ ਤੌਰ ਤੇ ਵੇਚੇ ਇਹਨਾਂ ਨੂੰ? ਨਹੀਂ, ਗੋਸ਼ਤ ਦੇ ਨਾਲ ਫਾਇਦਾ ਕੀ ਹੈ ਵੀ ਅਸੀਂ ਗੋਸ਼ਤ ਦੇ ਹਿਸਾਬ ਨਾਲੋਂ ਪਹਿਲਾਂ ਖਰੀਦੀਆਂ ਹੀ ਮਹਿੰਗੀਆਂ ਨੇ। ਅੱਜ ਸਾਨੂੰ ਗੋਸ਼ਤ ਵਾਲਾ ਆ ਕੇ ਲਵੇ ਸਾਨੂੰ ਤਕਲੀਫ ਹੈ। ਠੀਕ ਹੈ, ਇਹ ਨਿਕਲਣੀਆਂ ਤੇ ਸੂਣ ਵਾਲੀਆਂ ਹੋਣਦੀਆਂ ਸਾਨੂੰ ਫਿਰ ਫਾਇਦਾ ਹੋਣਾ। ਅੱਛਾ ਅੰਕਲ ਜੀ, ਇਹ ਦੱਸੋ ਇਹ ਜਿਹੜੀਆਂ ਝੋਟੀਆਂ ਨੇ ਕਮ ਸੇ ਕਮ ਕਿੰਨੇ ਸਾਲ ਦੀ ਹੁੰਦੀ ਹੈ ਤੇ ਗੱਭਣ ਹੋ ਜਾਂਦੀ ਹੈ? ਇਹ ਮਤਲਬ ਇਹ ਨਾ ਸਾਰੀ ਗੱਲ ਹੈ ਸਾਂਭਣ ਨਾਲ ਜੀ। ਜਿਹਦੀ ਸੇਵਾ ਚੰਗੀ ਕਰ ਦਈਏ ਨਾ ਉਹ 3 ਸਾਲ ਦੇ ਅੰਦਰ ਅੰਦਰ ਹੋ ਜਾਂਦੀ ਹੈ, ਤੇ ਕਈ ਉਹ ਨੇ ਜਿਹੜੀਆਂ ਮਤਲਬ 2 ਸਾਲ ਦੀਆਂ ਵੀ ਹੋ ਜਾਂਦੀਆਂ ਨੇ। ਅੱਛਾ, ਸੇਵਾ ਕਰਨ ਵਾਲੇ। ਲੇਕਿਨ 2 ਸਾਲ ਵਾਲੀ ਗੱਲ ਗਲਤ ਹੈ, 2.5 ਸਾਲ 3 ਸਾਲ ਤੱਕ ਪਹੁੰਚਦੀਆਂ ਨੇ, ਫਿਰ ਇਹ ਨਵੇਂ ਦੁੱਧ ਹੁੰਦੀਆਂ। ਅੱਛਾ, ਤੇ ਇਹਨਾਂ ਦੀ ਚੰਗੀ ਸੇਵਾ ਤੋਂ ਕੀ ਮੁਰਾਦ ਹੈ? ਇਹਨਾਂ ਨੂੰ ਕੀ ਖਿਲਾਇਆ ਜਾਏ, ਇਹਨਾਂ ਦੀ ਕਿੰਜ ਸੇਵਾ ਕੀਤੀ ਜਾਏ ਕਿ ਜਲਦੀ ਗੱਭਣ ਹੋਣ? ਇਹਨਾਂ ਦੀ ਸੇਵਾ ਇਹ ਹੀ ਹੈ, ਇਹਨਾਂ ਨੂੰ ਪੱਠੇ ਅੱਛੇ ਖਿਲਾਏ ਜਾਣ। ਵੰਡ ਪਾਣੇ ਆ ਅਸੀਂ ਕਣਕ ਦਲਾ ਕੇ ਵਿੱਚ ਮਤਲਬ ਆਪਣਾ ਕੋਈ ਹੋਰ ਚੀਜ਼ਾਂ ਪਾਪੂ ਲਈਦੀਆਂ ਨੇ ਜਿਹੜੀ ਕੋਈ ਮਤਲਬ ਹਿਸਾਬ 'ਚ ਆਵੇ। ਤੇ ਜ਼ਿਆਦਾ ਅਸੀਂ ਵੰਡ ਜਿਹੜਾ ਹੈ ਖਲ ਦਾ ਕੰਮ ਲਿਆਈ ਦੀ ਹੈ ਨਾ, ਕੌੜੀ ਖਾਲ ਜਿਹਨੂੰ ਆ ਸਰੋਂ ਦੀ ਕਹਿੰਦੇ ਆ ਜੀ, ਤੇ ਦੂਸਰੀ ਉਹ ਵੜੇਵਿਆਂ ਦੀ ਖਾਲ, ਉਹ ਵੀ ਵਿੱਚ ਰਲਾ ਲਈ ਦੀ, ਵਿੱਚ ਕਣਕ ਦਲਾ ਲਈ ਦੀ ਹੈ। ਜ਼ਿਮੀਂਦਾਰਾਂ ਕੋਲ ਕਣਕ ਘਰ ਹੁੰਦੀ ਹੈ ਨਾ, ਤੇ ਉਹ ਵਿੱਚ ਦਲਾ ਦਲੋ ਕੇ ਤੇ ਵੰਡਾ ਅੱਛਾ ਬਣਾ ਕੇ ਤੇ ਪੱਠਿਆਂ ਦੇ ਉੱਤੇ ਪਾ ਦਈਦਾ। ਕੋਈ ਕਮਾਦ ਦੇ ਲੈ ਵੀ ਦਾ ਇੱਕ ਰੇੜਾ ਨਾਲ ਬਰਸੀਨ ਦਾ ਲੈ ਵੀ ਦਾ, ਉਹ ਰਲਾ ਕੇ ਤੇ ਖੁਰਲੀਆਂ 'ਚ ਪਾ ਕੇ ਉੱਤੇ ਵੰਡਾ ਪਾ ਦਈਦਾ ਤੇ ਮਾਸ਼ਾਅੱਲਾ ਫਿਰ ਜਲਦੀ ਤਿਆਰ ਹੋ ਜਾਂਦੀ। ਜੀ ਝੋਟੀ ਨਵੇਂ ਦੁੱਧ ਨਹੀਂ ਹੁੰਦੀ, ਉਹਦਾ ਕੀ ਕੋਈ ਦੇਸੀ ਹੱਲ ਹੈ? ਉਹਦਾ ਦੇਸੀ ਹੱਲ ਇਹ ਜੇ ਉਹਨੂੰ ਅਸੀਂ ਉਹ ਰੇੜੀ ਦੇ ਅੱਗੇ ਜੋਨੇ ਆ, ਉਹ 4 ਦਿਨ ਮਰਦੀ ਏ ਤੇ ਉਹਨੂੰ ਸਾਹ ਚੜਦੇ ਨੇ, ਤੇ ਉਹ ਫਿਰ ਹੌਲੀ ਹੌਲੀ ਉਹਨੂੰ ਖਿਆਲ ਆ ਜਾਂਦਾ ਵੀ ਮੈਂ ਨਵੇਂ ਦੁੱਧ ਹੋ ਜਾਵਾਂ। ਅੱਛਾ, ਉਹਦਾ ਜ਼ੋਰ ਲੱਗਦਾ ਨਾ ਜਦੋਂ, ਅੱਛਾ, ਤੇ ਉਹ ਫਿਰ ਲੱਗ ਪੈਂਦੀ ਹੈ ਸੰਡੇ ਵੱਲੋਂ ਵੇਖਣ। ਅੰਕਲ ਜੀ, ਤੁਸੀਂ ਇਹ ਜਿਹੜੀ ਤਕਰੀਬਨ 20 ਤੋਂ 22 ਕੱਟੀਆਂ ਨੇ ਤੁਹਾਡੇ ਝੋਟੀਆਂ ਨੇ, ਇਹਨਾਂ ਵਾਸਤੇ ਜਗ੍ਹਾ ਜਿਹੜੀ ਹੈ 4 ਦੁਆਰੀ ਕਿੰਨੀ ਕੀਤੀ ਹੈ? 4 ਦੁਆਰੀ ਸਾਡੇ ਕੋਲ ਹੈ ਕੋਈ ਕਨਾਲ ਤੋਂ ਉੱਤੇ ਹੀ ਹੈ, 20 ਮਰਲੇ ਤੋਂ ਉੱਤੇ ਹੀ ਹੈ ਜਗ੍ਹਾ। ਇਹਨਾਂ ਵਾਸਤੇ ਤੁਸੀਂ ਚਾਰਾ ਕਿੰਨਾ ਕਾਸ਼ਤ ਕੀਤਾ ਹੋਵੇ ਤੇ ਤਕਰੀਬਨ ਤੁਹਾਨੂੰ ਹੁਣ ਤੱਕ ਜਿਹੜਾ ਇਹਨਾਂ ਦਾ ਖਰਚਾ ਕਿੰਨਾ ਕੁ ਪੈ ਗਿਆ? ਸਾਨੂੰ ਇਹਨਾਂ ਦਾ ਹਿਸਾਬ ਲਾਈਏ ਨਾ ਖਰਚੇ ਵੱਲੋਂ ਜੀ, ਤੇ ਫੇਰ ਤੇ ਅਸੀਂ ਆਨੇ ਆ ਵੀ ਅਸੀਂ ਨਾ ਬਚ ਨਹੀਂ ਸਕਦੇ। ਲੇਕਿਨ ਸਾਨੂੰ ਬਚਾਉਣ ਵਾਲੀ ਅੱਲਾ ਦੀ ਜ਼ਾਤ ਹੈ ਨਾ, ਹੁਣ ਸੂਣ ਵਾਲੀਆਂ ਹੋਣਾ ਨਾ, ਤੇ ਫੇਰ ਸਾਨੂੰ ਇਹਨਾਂ 'ਚ ਫਾਇਦਾ ਹੋਣਾ। ਉਂਝ ਹਿਸਾਬ ਕਰੀਏ ਨਾ ਅਸੀਂ ਜਿੰਨੇ ਦੀਆਂ ਅਸਾਂ ਲਈਆਂ ਨੇ ਨਾ, ਉਦੋਂ 2 ਹਿੱਸੇ ਅਸੀਂ ਹੁਣ ਤੱਕ ਇਹਨਾਂ ਤੇ ਖਰਚਾ ਲਾ ਚੁੱਕੇ ਆ। ਜੇ 50 ਦੀ ਆਂਦੀ ਹੈ ਨਾ ਤੇ ਹਿਸਾਬ ਕਰੀਏ ਤੇ ਇਹਨਾਂ ਤੇ ਲੱਖ ਹੋਰ ਖਰਚਾ ਆ ਗਿਆ, ਤੇ ਅੱਗੋਂ ਤੁਹਾਨੂੰ ਪਤਾ ਮੱਝਾਂ 2.5 ਲੱਖ ਦੀ, 3 ਦੀ, 2.25 ਦੀ, ਲੇਕਿਨ ਫਿਰ ਵੀ ਇਹ 22 ਨੇ ਨਾ,
ਤੇ ਕੁਛ ਵੀ ਨਹੀਂ ਤੇ 22 ਲੱਖ ਰੁਪਇਆ ਸਾਨੂੰ ਅੱਲਾ ਖੈਰ ਕੇ ਦੀ ਖਰਚੇ ਕੱਢ ਕੇ ਲੱਭੇਗਾ ਇਨਸ਼ਾਅੱਲਾ। ਅੱਛਾ ਅੰਕਲ ਜੀ, ਤੁਸੀਂ ਖਰਚੇ ਦੀ ਗੱਲ ਕੀਤੀ, ਖਰਚੇ ਵਿੱਚ ਕਿਹੜੀ ਕਿਹੜੀ ਚੀਜ਼ ਤੇ ਖਰਚਾ ਹੁੰਦਾ ਵੀ ਦੱਸ ਛੜੋ। ਖਰਚਾ ਹਰ ਚੀਜ਼ ਤੇ ਹੁੰਦਾ। ਜੇ ਜ਼ਮੀਨ ਲਈਏ ਵਿੱਚ ਇਹਨਾਂ ਵਾਸਤੇ ਖਰਾਕ ਬੀਜਣ ਲਈ ਉਹ 60,000 ਤੋਂ 8 ਕਨਾਲ ਪੈਲੀ ਹੈ ਜੀ, 60,000 ਉਹਦਾ ਦੇਣਾ ਜੀ, 30,000 ਉੱਤੇ ਲਾਣਾ ਤੇ ਫਿਰ ਉਹਦੇ ਵਿੱਚ ਅੱਲਾ ਖੈਰ ਕਰੇ ਤੇ ਉਹ ਸਾਨੂੰ ਫਾਇਦਾ ਹੋਣਾ। ਤੇ ਜੇ ਅਸੀਂ ਤਿਆਰ ਲੈਣੀ ਹੈ ਤੇ ਉਹ ਚੀਜ਼ ਜਿਹੜੀ ਹੈ ਨਾ ਸਾਨੂੰ 80 ਦੀ ਪੈਣੀ, ਉਹ 1,60,000 ਦੀ ਲੱਭਣੀ ਹੈ। ਤੇ ਅਸੀਂ ਮਿਹਨਤ ਕਰ ਲੈਨੇ ਆ, ਜ਼ਮੀਨ ਠੇਕੇ ਦੇ ਲਈ ਤੇ ਉਹਦੇ ਵਿੱਚ ਬੀਜ ਲਈ ਆਪੀ ਸੇਵਾ ਕਰਕੇ ਤੇ ਉਹ ਮਤਲਬ ਜਵਾਰ ਸਟਾਲਾ ਮਕਈ ਮਤਲਬ ਜਿਹੜਾ ਚਾੜਾ ਹੁੰਦਾ, ਕੁਝ ਘਾਹ ਰੱਖ ਲਈਦਾ, ਕੋਈ ਘਾਹ ਲਾ ਲਈਦਾ, ਕਿਉਂਕਿ ਹਰ ਚੀਜ਼ ਦਾ ਨਾ ਹਿਸਾਬ ਕਿਤਾਬ। ਅੱਛਾ ਅੰਕਲ ਜੀ, ਕੁਝ ਲੋਕ ਜਿਹੜੇ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਸਟਾਰਟਿੰਗ ਤੋਂ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਹਾਨੂੰ ਇਸ ਕਾਰੋਬਾਰ ਦੇ ਵਿੱਚ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਰ? ਸਾਨੂੰ ਇਹ ਕਰਨਾ ਪਿਆ ਸੀ ਵੀ ਅਸੀਂ ਚੁੱਕ ਚੱਕ ਕੇ ਪੈਸੇ ਲੈ ਲਈਆਂ ਹਨ ਚਾਵਾਂ ਨਾਲ, ਤੇ ਜਦੋਂ ਸਾਡੀ ਵਾਰੀ ਆਈ ਸੀ ਨਾ ਸਾਂਭਣ ਦੀ, ਉਦੋਂ ਕੁਝ ਸਾਡੇ ਅਜ਼ੀਜ਼ ਜਿਹੜੇ ਆਂਦੇ ਹਨ ਕਿਉਂ ਲਈਆਂ ਜੇ ਜੀ, ਇਹਨਾਂ ਨੇ ਬੜੀ ਲੰਮੀ ਸੇਵਾ ਹੈ। ਤੇ ਮੈਂ ਕਿਹਾ ਕੋਈ ਗੱਲ ਨਹੀਂ, ਅੱਲਾ ਖੈਰ ਕਰੇ, ਹਿੰਮਤ ਨਾ ਹਾਰੋ, ਅੱਲਾ ਬਿਹਤਰ ਕਰੇਗਾ। ਤੇ ਉਹ ਫਿਰ ਅਸੀਂ ਇਸੇ ਤਰ੍ਹਾਂ ਹੀ ਕੰਮ ਨਾ ਹਿੰਮਤ ਨਹੀਂ ਹਾਰੇ, ਤੇ ਜਿਵੇਂ ਜਿਵੇਂ ਸੌਰਨ ਲੱਗ ਗਈਆਂ ਨੇ ਨਾ ਉਵੇਂ ਉਵੇਂ ਉਹ ਵੀ ਅਜ਼ੀਜ਼ ਜਿਹੜੇ ਨੇ ਉਹ ਨੇੜੇ ਲੱਗਣ ਲੱਗ ਗਏ ਨੇ। ਯਾਰ ਇਹ ਤੇ ਕੰਮ ਬੜੇ ਫਾਇਦੇ ਵਾਲਾ। ਸਹੀ ਹੋ ਗਿਆ। ਅੱਛਾ ਸਰ, ਇਹ ਦੱਸੋ ਕਿ ਤੁਸੀਂ ਇਹਨਾਂ ਨੂੰ ਆਮ ਰੂਟੀਨ ਵਿੱਚ ਕੋਈ ਮਿਰਚ ਮਸਾਲਾ ਵੀ ਦਿੰਦੇ ਹੋ? ਹਾਂਜੀ। ਇਹ ਕੋਈ ਮਸਾਲਾ ਖੁਦ ਤਿਆਰ ਕੀਤਾ? ਇਹ ਮਸਾਲਾ ਸਾਡੇ ਕੋਲ ਤੇ ਇਹ ਜੇ ਦੁਕਾਨ ਤੋਂ ਮਿਰਚਾਂ ਲੈ ਆਵੀਆਂ ਨੇ, ਪਿਆਜ਼ ਲੈ ਆਵੀਦਾ, ਕਾਲਾ ਲੂਣ ਲੈ ਆਵੀਦਾ, ਤੇ ਉਹ ਕੁੱਟ ਕੱਟ ਕੇ ਤੇ ਕਿਸੇ ਵੇਲੇ ਅਦਰਕ ਵੀ ਵਿੱਚ ਪਾ ਲਈਦਾ। ਇਹਨਾਂ ਦੀ ਬਾਦੀ ਬੂਦੀ ਪਰਾਲੀ ਖਾਂਦੀਆਂ ਨੇ, ਬਾਦੀ ਚੀਜ਼ਾਂ ਜਿਹੜੀਆਂ ਨੇ, ਹੁਣ ਪਰਾਲੀ ਜਿਹੜੀ ਇਹ ਬਾਦੀ ਹੁੰਦੀ, ਜਿਵੇਂ ਚੌਲ ਨਹੀਂ ਆਂਦੇ ਵੀ ਮਤਲਬ ਬਾਦੀ ਨੇ, ਇੰਜੀ ਇਹ ਉਹ ਚੌਲਾਂ ਦੀ ਜਿਹੜੀ ਪਰਾਲੀ ਹੈ ਉਹ ਅਸੀਂ ਇਹਨਾਂ ਨੂੰ ਪਾਉਂਦੇ ਆ। ਉਹ ਜਿੰਨਾ ਚਿਰ ਮਤਲਬ ਕੋਈ ਮਸਾਲਾ ਦੇਣਾ ਨਹੀਂ ਤੇ ਇਹਨਾਂ ਦੀ ਮੂੰਹ ਚੋਂ ਪਾਣੀ ਪਿਆ ਵਗੇਗਾ, ਉਹ ਫਿਰ ਮਸਾਲਾ ਦੇਈਦਾ। 10 ਦਿਨ ਹੀ ਦੇਈਏ, 15 ਦਿਨ ਹੀ ਦੇਈਏ, ਉਹ ਦੇਈਦਾ। ਜ਼ਬਰਦਸਤ। ਅੱਛਾ ਅੰਕਲ ਜੀ, ਇੱਕ ਗੱਲ ਦੱਸ ਦਿਓ ਕਿ ਡੰਗਰ ਜੋ ਸੂਣ ਤੇ ਆਉਂਦਾ ਤੁਹਾਡੇ ਕੋਲ, ਝੋਟੀਆਂ ਜਦੋਂ ਤਿਆਰ ਹੋਣਗੇ ਸੂਣ ਤੇ ਆਉਣਗੇ, ਇਹਨਾਂ ਨੂੰ 1 ਮਹੀਨਾ ਪਹਿਲਾਂ ਕਿਹੜੀ ਕਿਹੜੀ ਚੀਜ਼ ਦੋਗੇ ਤਾਂ ਖੁੱਲ ਕਸੂਲ ਆਣਾ? ਇਹਨਾਂ ਨੂੰ ਮਹੀਨਾ ਪਹਿਲਾਂ ਨਹੀਂ, ਅਸੀਂ ਇਹਨਾਂ ਨੂੰ 3 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਆ ਥੋੜਾ ਥੋੜਾ ਘਿਓ ਜੀ। ਤੇ ਜੇ ਵੰਡਾ ਨਹੀਂ ਨਾ ਪਾਉਂਦੇ, ਖਲ ਜਾਂ ਕਣਕ ਦਾ ਵੰਡਾ ਜਿਹੜਾ ਪਹਿਲਾਂ ਉਂਝ ਹੀ ਪੱਠੇ ਪਾਈ ਦੇਣਾ, ਤੇ ਜਦੋਂ ਸਾਨੂੰ ਦਿਸ ਪੈਂਦਾ ਨਾ ਵੀ ਇਹਨੇ 3 ਮਹੀਨੇ ਤੱਕ ਸੂ ਪੈਣਾ, ਫਿਰ ਅਸੀਂ ਉਹਨੂੰ ਵੰਡਾ ਵੀ ਪਾਉਂਦੇ ਆ। ਤੇ ਫਿਰ ਪਾਈਆ ਘਿਓ ਦੇ ਦਿਆ, ਇੱਕ ਦਿਨ ਨਾ ਦਿੱਤਾ, ਇੱਕ ਦਿਨ ਦੇ ਦਿੱਤਾ। ਫਿਰ ਸਰੋਂ ਦਾ ਤੇਲ ਜਿਹੜਾ ਉਹ ਦੇਈਦਾ ਲੱਸੀ ਦੇ ਵਿੱਚ ਮਿਲਾ ਕੇ, ਦਹੀਂ ਹੋਇਆ ਉਹਨੂੰ ਵਿੱਚ ਰਿੜਕ ਲਿਆ, ਜਿਵੇਂ ਦੁਕਾਨ ਤੋਂ ਲੱਸੀ ਨਹੀਂ ਪੀਂਦੇ ਤੁਸੀਂ, ਬਰਫ਼ ਪਾ ਦੇ ਵਿੱਚ ਬਾਈ, ਐਵੇਂ ਅਸੀਂ ਉਹ ਲੱਸੀ 'ਚ ਤੇਲ ਪਾ ਲੈਨੇ ਆ। ਤੇ ਉਹ ਇੱਕ ਇੱਕ ਇਹਨਾਂ ਨੂੰ ਨਾਲ ਦੇਈਦੀ, ਅਸੀਂ ਨਾਲ ਰੱਖੀ ਅੰਦਰ। ਅੱਛਾ ਅੰਕਲ ਜੀ, ਝੋਟੀਆਂ ਦੇ ਕਾਰੋਬਾਰ 'ਚ ਇਹਨਾਂ ਨੂੰ ਬਿਮਾਰੀਆਂ ਸਰਦੀਆਂ ਜ਼ਿਆਦਾ ਲੱਗਦੀਆਂ ਤੇ ਗਰਮੀਆਂ ਜ਼ਿਆਦਾ ਲੱਗਦੀਆਂ, ਦੱਸੋ? ਤੇ ਨਾਲੇ ਬਿਮਾਰੀਆਂ ਦੱਸੋ ਕਿਹੜੀ ਕਿਹੜੀ ਲੱਗਦੀਆਂ ਨੇ ਇਹਨਾਂ ਨੂੰ? ਇਹਨਾਂ ਨੂੰ ਅੱਲਾ ਦੀ ਜ਼ਾਤ ਖੈਰ ਕਰੇ, ਅਸੀਂ ਇਹਨਾਂ ਦੇ ਵਿੱਚ ਬਿਮਾਰੀ ਨੇ ਜੇ ਅਜੇ ਤੱਕ ਵੇਖੀ ਕੋਈ ਵੀ, ਕਿਉਂਕਿ ਇਹਨਾਂ ਨੂੰ ਜਦੋਂ ਮਸਾਲੇ ਦੇਈ ਜਾਈਏ ਨਾ, ਇਹਨਾਂ ਦੀ ਜਦੋਂ ਬਾਦੀ ਚੀਜ਼ਾਂ ਖਵਾਈਏ ਨਾਲ ਮਸਾਲੇ ਦੇਈਏ, ਫਿਰ ਅੱਲਾ ਖੈਰ ਕਰੇ, ਫਿਰ ਬਿਮਾਰੀ ਵਾਲਾ ਕੰਮ ਨਾ ਕੋਈ ਵੀ ਨਹੀਂ ਹੁੰਦਾ। ਜਿਹੜੇ ਉਹ ਟੀਕੇ ਨੇ ਉਹ ਮਤਲਬ ਸਾਲ ਬਾਅਦ 3 ਮਹੀਨੇ ਡਾਕਟਰ ਲਾਉਂਦਾ, ਉਹ ਵੀ ਅਸੀਂ ਲਵਾ ਲੈਨੇ ਆ ਡਾਕਟਰ ਨੂੰ ਬੁਲਾ ਕੇ। ਅੱਛਾ, ਇੰਨੇ ਜਾਨਵਰਾਂ ਵਾਸਤੇ ਜਿਹੜੇ ਮੁਲਾਜ਼ਮ ਨੇ ਉਹ ਕਿੰਨੇ ਰੱਖੇ ਜੇ? ਇੰਨੇ ਜਾਨਵਰਾਂ ਨੂੰ ਕਿੰਨੇ ਸੌਖੇ ਮੁਲਾਜ਼ਮ ਸਾਂਭ ਸਕਦੇ ਨੇ? 2 ਮੁਲਾਜ਼ਮ ਨੇ, ਇੱਕ ਤੇ ਵਡੇਰੇ ਨੇ, ਇੱਕ ਜਵਾਨ ਨੇ। ਤੇ ਅੱਲਾ ਦੀ ਰਹਿਮਤ ਨਾਲ ਨਾ ਉਹ ਮਤਲਬ ਖੁੱਲੀਆਂ ਨੇ ਨਾ, ਜੇ ਇਹਨਾਂ ਦੇ ਕਿੱਲੇ ਲਾ ਕੇ ਤੇ ਉਹ ਪਾਣੀ ਡਾਓ, ਫਿਰ ਪਾਣੀ ਡਾਂਦੇ 2-2 ਘੰਟੇ ਲੱਗ ਜਾਂਦੇ ਨੇ। ਇਹ ਅਸੀਂ ਹੌਦੀ ਬਣਾਈ ਏ, ਤੇ ਉਹ ਦੋਵੇਂ ਨਾ ਜਿਹੜਾ ਬਜ਼ੁਰਗ ਹੈ ਉਹ ਮਤਲਬ ਗੋਇਆ ਇਕੱਠਾ ਕਰ ਦਿੰਦੇ ਨੇ, ਤੇ ਜਿਹੜਾ ਦੂਜਾ ਮੁਲਾਜ਼ਮ ਮੁੰਡਾ ਹੈ ਉਹ ਲੱਦ ਕੇ ਤੇ ਨਾਲੋਂ ਨਾਲ ਹੀ ਅਸੀਂ ਆਪਣੀ ਪੈਲੀ 'ਚ ਖੇਤਾਂ 'ਚ ਲੈ ਜਾਂਦੇ ਆ। ਅੱਛਾ ਅੰਕਲ ਜੀ, ਅਗਰ ਕੋਈ ਨਵਾਂ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਹੋਵੇ, ਤੁਸੀਂ ਉਹਨੂੰ ਐਸੀ ਕੋਈ ਗੱਲ ਦੱਸੋ ਜਿਹੜੀ ਉਹਦੇ ਸਦਕਾ ਜਾਰੀਆ ਬਣ ਜੇ? ਹਾਂਜੀ। ਕਿ ਕਿਹੜੀ ਚੀਜ਼ਾਂ ਦਾ ਖਿਆਲ ਰੱਖ ਕੇ ਉਹਨੂੰ ਕਾਰੋਬਾਰ ਕਰਨਾ ਚਾਹੀਦਾ? ਉਹਨੂੰ ਖਿਆਲ ਪਹਿਲਾਂ ਤਾਂ ਸਭ ਤੋਂ ਇਹ ਰੱਖਣਾ ਚਾਹੀਦਾ ਵੀ ਇਹਨਾਂ ਦੀ ਖੁਰਾਕ ਦਾ ਬੰਦੋਬਸਤ ਕਰੇ, ਫਿਰ ਇਹਨਾਂ ਤੇ ਡਿਊਟੀ ਦੇ ਵਿੱਚ 20 ਘੰਟੇ ਰਾਤ ਨੂੰ ਜਦੋਂ ਸੌਂ ਜਾਈਦਾ ਨਾ, ਇਹਨਾਂ ਵਾਸਤੇ ਜਿਵੇਂ ਦਿਨ ਡਿਊਟੀ, ਇਹਨਾਂ ਵਾਸਤੇ ਫਿਰ ਵੀ ਡਿਊਟੀ ਉਹ ਹੀ ਹੋਣੀ ਚਾਹੀਦੀ ਹੈ ਜੀ। ਕਿਉਂਕਿ ਕੋਈ ਗਲ 'ਚ ਰੱਸਾ ਲੈ ਲਵੇ, ਫਾ ਜਾਵੇ ਜੇ ਬੰਨੀਆਂ ਨੇ, ਤੇ ਕੋਈ ਸਿੰਘ ਇਹਨਾਂ ਦੇ ਐਸੇ ਨੇ ਇੱਕ ਦੂਜੇ ਤੋਂ ਭੇੜ ਲੜਨ ਲੱਗਦੀਆਂ ਨੇ, ਸਿੰਘ ਫਸ ਜਾਂਦੇ ਨੇ। ਇਹਨਾਂ ਦੀ ਇhtiyat ਜ਼ਰੂਰੀ ਹੈ, ਠੀਕ ਹੈ, ਬਹੁਤ ਜ਼ਿਆਦੀ ਹੈ। ਅੱਛਾ ਅੰਕਲ ਜੀ, ਅਗਰ ਕੋਈ ਬੰਦਾ ਤੁਹਾਡੇ ਕੋਲ ਇਸ ਬਾਰੇ ਮਾਲੂਮਾਤ ਲੈਣਾ ਚਾਹੁੰਦਾ, ਖਰੀਦਣਾ ਚਾਹੁੰਦਾ ਹੋਵੇ, ਉਹ ਤੁਹਾਡੇ ਨਾਲ ਰਾਬਤਾ ਕਰ ਸਕਦਾ? ਬਿਲਕੁਲ ਕਰ ਸਕਦਾ। ਆਪਣਾ ਨੰਬਰ ਬੋਲ ਦਿਓ ਵੀਡੀਓ 'ਚ। 0342 65 212। ਅਬਦਰ ਰਜ਼ਾਕ ਮੇਰਾ ਨਾਮ ਹੈ। ਜੀ ਅੰਕਲ ਜੀ, ਬਹੁਤ ਸ਼ੁਕਰੀਆ, ਬਹੁਤ ਕੀਮਤੀ ਗੱਲਾਂ ਦੱਸੀਆਂ ਨੇ। ਅੱਲਾ ਹਾਫਿਜ਼। अस्सलाम वालेकुम।